ਨਾ ਹੀ ਕਦੇ ਮਿਟ ਸਕੇਗਾ। ਕਾਹੋ ਨਾਨਕ ਕਿਰਪਾ ਭਈ। ਜਗਿਆਸੂ ਮੁਖ ਦੁਆਰਾ ਬੇਨਤੀ ਕਰਕੇ ਪੁੱਛਦੇ ਮਹਾਰਾਜ, ਫਿਰ ਆਪ ਕਿਰਪਾ ਕਰਕੇ ਦੱਸੋ ਕਿਹਨਾਂ ਨੂੰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਅਸਲ ਗਿਆਨਵਾਨ ਪੁਰਖ ਕਿਹੜੇ ਹਨ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਹੈ। ਭਗਤ ਗਿਆਨੀ ਸੋਏ। ਉਹ ਅਸਲ ਦੇ ਵਿੱਚ ਭਗਤ ਗਿਆਨਵਾਨ ਹਨ, ਉਹ ਅਸਲ ਦੇ ਵਿੱਚ ਭਗਤ ਗਿਆਨੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਕਰਕੇ ਪ੍ਰਮਾਤਮਾ ਦਾ ਪ੍ਰਕਾਸ਼ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਹਿਰਦੇ ਅੰਦਰ ਪ੍ਰਕਾਸ਼ਿਤ ਹੋ ਗਿਆ। ਉਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅਸਲ ਗਿਆਨੀ ਪੁਰਖ ਹਨ। ਕਿਉਂਕਿ ਜਿਹੜੇ ਭਗਤ ਹਨ ਸਾਧ ਸੰਗਤ ਜੀ, 4 ਪ੍ਰਕਾਰ ਦੇ ਮੰਨੇ ਵਿਦਵਾਨ ਪੁਰਖਾਂ ਨੇ। ਇੱਕ ਉਹ ਸੰਸਾਰ ਦੇ ਅੰਦਰ ਭਗਤ ਹਨ ਜਿਹੜੇ ਅਰਥਾ ਅਰਥੀ ਭਗਤ ਹੈ, ਫਿਰ ਆਰਤ ਭਗਤ ਹਨ, ਫਿਰ ਅਨਿੰਨ ਭਗਤ ਹਨ, ਤੇ ਫਿਰ ਚੌਥੇ ਨੰਬਰ ਤੇ ਗਿਆਨੀ ਭਗਤ ਮੰਨੇ ਗਏ ਹੈ। ਅਰਥਾ ਅਰਥੀ ਉਹ ਹੁੰਦਾ ਹੈ ਜਿਹੜਾ ਕੋਈ ਮਨ ਦੇ ਵਿੱਚ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਨੀ। ਜਿਵੇਂ ਸਾਧ ਸੰਗਤ ਜੀ, ਭਗਤ ਧਰੂ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਸੀ ਮਨ ਵਿੱਚ ਇੱਛਾ ਲੈ ਕੇ। ਜਦੋਂ ਮਨ ਨੂੰ ਠੋਕਰ ਵੱਜੀ ਸੀ, ਮਤਰੇਈ ਮਾਂ ਨੇ ਚਪੇੜ ਮਾਰ ਦਿੱਤੀ ਸੀ, ਪਿਤਾ ਦੀ ਗੋਦ ਵਿੱਚ ਬੈਠਿਆ ਹੋਇਆ ਵਿਰਾਗ ਵਿੱਚ ਆ ਕੇ ਰੋਂਦਿਆਂ ਹੋਇਆ ਮਾਂ ਕੋਲ ਜਾ ਕੇ ਪੁੱਛਦੇ ਨੇ, ਮਾਂ ਤੂੰ ਦੱਸ ਮੈਨੂੰ ਗੋਲੀ ਹੈ ਕਿ ਜਾਂ ਫਿਰ ਰਾਣੀ ਹੈ? ਤੇ ਕਹਿਣ ਲੱਗੀ, ਐ ਪੁੱਤਰ ਕਿ ਗੋਲੀ ਨਹੀਂ, ਮੈਂ ਤਾਂ ਰਾਣੀ ਆ। ਰਾਣੀ ਹੈ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਗੋਲੀਆਂ ਵਾਲਾ ਵਰਤਾਰਾ ਸਾਡੇ ਨਾਲ ਹੁੰਦਾ ਪਿਆ ਹੈ। ਤਾਂ ਭਾਵੇਂ ਮੈਂ ਰਾਜ ਘਰਾਣਿਆਂ ਦੇ ਵਿੱਚੋਂ ਆਈ ਆ, ਰਾਣੀ ਆ, ਪਰ ਬੰਦਗੀ ਨਾ ਕਰਨੇ ਕਰਕੇ ਸਾਡੇ ਨਾਲ ਇੱਦਾਂ ਦਾ ਵਰਤਾਰਾ ਹੋ ਰਿਹਾ ਹੈ। ਤੇ ਫਿਰ ਮਾਂ ਨੂੰ ਪੁੱਛਦੇ ਨੇ, ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਹੇ ਮਾਂ, ਮੈਨੂੰ ਦੱਸ ਮੈਂ ਕਿਹੜਾ ਯਤਨ ਕਰਾਂ ਜਿਸ ਕਰਕੇ ਮੈਨੂੰ ਪਿਤਾ ਵਾਲਾ ਪਿਆਰ ਮਿਲ ਜਾਵੇ। ਜਿਹੜੇ ਦੁਸ਼ਮਣਾਂ ਦੀ ਤਰ੍ਹਾਂ ਮਤਰੇਈ ਮਾਂ ਮੇਰੇ ਨਾਲ ਵਰਤਾਰਾ ਕਰਦੀ, ਆਪਣੀਆਂ ਵਾਂਗ ਪਿਆਰ ਕਰਨ ਲੱਗ ਪਵੇ, ਮੇਰਾ ਹੱਕ ਮੈਨੂੰ ਪ੍ਰਾਪਤ ਹੋ ਜਾਵੇ। ਪਿਤਾ ਦੀ ਗੋਦ ਵਿੱਚ ਬੈਠਿਆ ਹੋਇਆ ਮਤਰੇਈ ਮਾਂ ਨੇ ਮੈਨੂੰ ਚਪੇੜ ਮਾਰ ਕਰਕੇ ਉੱਥੋਂ ਉਠਾਲ ਦਿੱਤਾ ਕਿ ਇੰਨਾ ਹੀ ਸ਼ੌਂਕ ਹੈ, ਇੰਨੀ ਇੱਛਾ ਹੈ ਤੇ ਮੇਰੇ ਪੇਟ ਤੋਂ ਜਨਮ ਲੈਂਦਾ। ਤੇ ਸਾਧ ਸੰਗਤ ਜੀ, ਸਿਆਣੀ ਮਾਂ ਨੇ ਬੜੇ ਪਿਆਰ ਦੇ ਨਾਲ ਸਿਰ ਪਲੋਸ ਕਰਕੇ ਕਿਹਾ ਭਗਤ ਧਰੂ ਜੀ ਨੂੰ, ਕਹਿਣ ਲੱਗੇ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਐ ਪੁੱਤਰ, ਪਰਮਾਤਮਾ ਦੀ ਭਗਤੀ ਕਰਨੇ ਕਰਕੇ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਇਹ ਅਰਥਾ ਅਰਥੀ ਭਗਤ ਹਨ। ਮਨ ਵਿੱਚ ਇੱਛਾ ਲੈ ਕੇ ਪਰਮਾਤਮਾ ਦੀ ਭਗਤੀ ਕੀਤੀ। ਤੇ ਸਾਧ ਸੰਗਤ ਜੀ, ਇਹ ਜੀਵਨ ਦੇ ਵਿੱਚ ਆਮਦਾ ਭਗਤ ਧਰੂ ਜੀ ਦੀ ਜੀਵਨੀ ਕਥਾ ਦੇ ਵਿੱਚ ਅਜੇ ਰਸਤੇ ਵਿੱਚ ਜਾ ਹੀ ਰਹੇ ਸਨ ਜੰਗਲ ਵਿੱਚ ਤਪ ਕਰਨ ਦੇ ਵਾਸਤੇ। ਤੇ ਨਾਰਦ ਮੁਨੀ ਨੇ ਆ ਕਰਕੇ ਉਤਾਨ ਬਾਅਦ ਪਿਤਾ ਰਾਜੇ ਨੂੰ ਲਾਹਨਤਾਂ ਪਾਈਆਂ ਕਿ 5 ਕੁ ਸਾਲ ਦੀ ਉਮਰ ਹੈ ਤੇਰੇ ਪੁੱਤਰ ਦੀ, ਉਹ ਕਿੰਨੀ ਤਪੱਸਿਆ ਕਰਨ ਵਾਸਤੇ ਜੰਗਲ ਵਿੱਚ ਤੁਰਿਆ ਜਾ ਰਿਹਾ ਹੈ। ਤੇ ਸਾਧ ਸੰਗਤ ਜੀ ਆ ਕਰਕੇ ਕਿਹਾ ਸੀ, ਐ ਪੁੱਤਰ ਵਾਪਸ ਆ ਜਾ, ਅੱਧਾ ਰਾਜ ਭਾਗ ਤੈਨੂੰ ਹੁਣੇ ਮੈਂ ਦੇ ਦਿੰਦਾ ਹਾਂ। ਤੇ ਮਨ ਵਿੱਚ ਵਿਚਾਰ ਕੀਤੀ ਕਿ ਅਜੇ ਤਾਂ ਬੰਦਗੀ ਕਰਨੀ ਸ਼ੁਰੂ ਵੀ ਨਹੀਂ ਕੀਤੀ ਤੇ ਅੱਧਾ ਰਾਜ ਪੱਗ ਹੁਣੇ ਪ੍ਰਾਪਤ ਹੋਣ ਲੱਗ ਪਿਆ, ਜੇ ਬੰਦਗੀ ਕਰਾਂਗਾ ਤੇ ਫਿਰ ਕਿੰਨਾ ਕੁਝ ਪ੍ਰਾਪਤ ਹੋਵੇਗਾ। ਇਹ ਮਨ ਵਿੱਚ ਵਿਚਾਰ ਕਰਕੇ ਸਾਧ ਸੰਗਤ ਜੀ ਐਸੀ ਬੰਦਗੀ ਕੀਤੀ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਣਾ ਕੀਤਾ। ਤੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿੰਨੇ ਸ਼ਬਦ ਉਚਾਰਨ ਕੀਤੇ ਭਗਤ ਧਰੂ ਜੀ ਦੇ ਪਰਥਾਏ ਕਿ ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਨਿਰਭੈਤਾ ਪਦਵੀ ਨੂੰ ਪ੍ਰਾਪਤ ਕਰ ਲਿਆ, ਜੁਗੋ ਜੁਗ ਅਟਲ ਬਣ ਜਾਣਾ ਕੀਤਾ। ਐਸੀ ਪਰਮ ਪਦਵੀ ਨੂੰ ਭਗਤ ਧਰੂ ਜੀ ਨੇ ਪ੍ਰਾਪਤ ਕੀਤਾ ਹੈ। ਫਿਰ ਮਹਾਰਾਜ ਜਦੋਂ ਨਾਮ ਜਪਣ ਲਈ ਪ੍ਰੇਰਿਤ ਕਰਦੇ, ਫਿਰ ਵੀ ਉਪਦੇਸ਼ ਦਿੰਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਇਹ ਜੀਵ ਇੱਕ ਚਿਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਇਹ ਸਾਧ ਸੰਗਤ ਜੀ ਅਰਥਾ ਅਰਥੀ ਭਗਤ ਹਨ। ਔਰ ਦੂਜੇ ਹੁੰਦੇ ਆਰਤ ਭਗਤ। ਆਰਤ ਜਿਹੜਾ ਦੁੱਖ ਦੇ ਸਮੇਂ ਰੱਬ ਨੂੰ ਯਾਦ ਕਰਨਾ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਔਕੜ ਦੇ ਸਮੇਂ ਰੱਬ ਨੂੰ ਯਾਦ ਕੀਤਾ।
ਨਰ ਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਨੌਹਾਂ ਦੇ ਨਾਲ ਫਾੜ ਕੇ ਆਪਣੇ ਭਗਤ ਦੀ ਰੱਖਿਆ ਕੀਤੀ ਹੈ। ਔਰ ਤੀਜੇ ਹੁੰਦੇ ਅਨਿੰਨ ਭਗਤ, ਜਿਵੇਂ ਭਗਤ ਨਾਮਦੇਵ ਜੀ ਹੋਏ ਆ, ਭਗਤ ਕਬੀਰ ਸਾਹਿਬ ਜੀ ਹੋਏ ਹਨ। ਭਾਵੇਂ ਮਾਤਾ ਨੇ ਵੀ ਕਿਹਾ ਸੀ ਨਾ ਭਗਤ ਨਾਮਦੇਵ ਜੀ ਨੇ ਕਿ ਐ ਪੁੱਤਰ ਤੂੰ ਖੁਦਾ ਕਹਿਣਾ ਮੁਖ ਤੋਂ ਸ਼ੁਰੂ ਕਰ ਦੇ, ਰਾਮ ਨਾ ਕਿਹਾ ਕਰ। ਗੱਲ ਤਾਂ ਇੰਨੀ ਹੈ, ਨਹੀਂ ਤਾਂ ਬਾਦਸ਼ਾਹ ਤੈਨੂੰ ਮਾਰ ਦੇਵੇਗਾ, ਫਾਹਾ ਦਵਾ ਦੇਵੇਗਾ, ਤੈਨੂੰ ਮਾਰ ਦੇਵੇਗਾ। ਇਹ ਜਾਨ ਨਾਲ ਹੋਰ ਕੀ ਚੰਗਾ ਹੈ। ਤੇ ਸਾਧ ਸੰਗਤ ਇੰਨਾ ਪਿਆਰ ਪਰਮੇਸ਼ਰ ਦੀ ਬੰਦਗੀ ਦੇ ਨਾਲ ਪਿਆਰ ਦੇ ਵਿੱਚ ਭੇਜ ਕਰਕੇ ਕਹਿਣ ਲੱਗੇ, ਹੇ ਮਾਂ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਜੇ ਮੈਨੂੰ ਰੱਬ ਦੀ ਬੰਦਗੀ ਕਰਨੀ ਤੋਂ ਰੋਕਦੀ ਹੈ ਨਾ ਤੇ ਤੂੰ ਮੇਰੀ ਮਾਂ ਹੀ ਨਹੀਂ ਹੈ। ਮੈਨੂੰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ। ਪਿਆਰ ਦੇ ਵਿੱਚ ਭੇਜ ਕੇ ਇਹ ਬਚਨ ਉਚਾਰਨ ਕੀਤੇ ਹੈ। ਐਸੇ ਅਨਿੰਨ ਭਗਤ ਹਨ। ਚੌਥੇ ਹੁੰਦੇ ਗਿਆਨੀ ਭਗਤ, ਜਿਵੇਂ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ ਹੈ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਨ। ਇਹ ਜਿਨ੍ਹਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਹੋ ਜਾਣਾ ਕੀਤਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ੀ ਹੈ ਨਾ ਗਰੀਬ ਨਵਾਜ ਸਤਿਗੁਰੂ ਜੀ ਨੇ, ਤੇ ਸਾਧ ਸੰਗਤ ਜੀ ਜੋ ਇਤਿਹਾਸ ਅੰਦਰ ਜ਼ਿਕਰ ਆਉਂਦਾ, ਇਹ ਜਿਹੜੀ ਨਿਤ ਦੀ ਕਿਰਿਆ ਹੈ ਨਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨੇ ਦੀ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੇ ਫਿਰ ਅੰਮ੍ਰਿਤ ਵੇਲੇ ਉੱਠ ਕਰਕੇ ਤੇ ਇਸ਼ਨਾਨ ਕਰਨਾ ਛੱਡ ਦਿੱਤਾ ਸੀ। ਤੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਕਿ ਜਿਹੜੀ ਜੀਵਨ ਦੀ ਕਿਰਿਆ ਹੈ ਨਾ ਇਹ ਨਹੀਂ ਕਦੇ ਵੀ ਤਿਆਗਣੀ। ਭਾਵੇਂ ਤੁਹਾਨੂੰ ਕੋਈ ਫਰਕ ਨਹੀਂ ਹੈ, ਇਸ਼ਨਾਨ ਕਰਦੇ ਹੋ ਚਾਹੇ ਨਹੀਂ ਕਰਦੇ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਪਰ ਤੁਹਾਡੇ ਜੀਵਨ ਤੋਂ ਸੰਸਾਰ ਦੇ ਲੋਕਾਂ ਨੇ ਸੇਧ ਲੈਣੀ ਹੈ, ਜਗਤ ਦੇ ਜੀਵਾਂ ਨੇ ਤੁਹਾਡੇ ਤੋਂ ਸੇਧ ਲੈਣੀ ਹੈ। ਇਸ ਕਰਕੇ ਤੁਸੀਂ ਆਪਣੀ ਨਿਰਤ ਦੀ ਕਿਰਿਆ ਨਹੀਂ ਤਿਆਗਣੀ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਉਹ ਅਸਲ ਦੇ ਵਿੱਚ ਗਿਆਨੀ ਭਗਤ ਹੈ ਜੋ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਨਿਸ਼ਚੈ ਕਰਕੇ ਧਾਰਨ ਕਰਦਾ, ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ। ਇਉਂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਉਹ ਅਸਲ ਦੇ ਵਿੱਚ ਭਗਤ ਗਿਆਨੀ ਹੋਏ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਮਹਾਰਾਜ ਜੀ ਦੇ ਬਚਨ ਹੁੰਦੇ ਆ, ਜਿਹੜਾ ਆਪਣੇ ਸਰੂਪ ਦੀ ਪਹਿਚਾਣ ਕਰ ਲੈਂਦਾ ਉਹ ਅਸਲ ਦੇ ਵਿੱਚ ਗਿਆਨਵਾਨ ਪੁਰਖ ਹੈ, ਉਹ ਪ੍ਰਮਾਤਮਾ ਦੇ ਦਰ ਤੇ ਮੰਨਣ ਯੋਗ ਹੈ।